अच्छा ਆਪਾਂ ਟੌਪਿਕ ਜਿਹੜਾ ਡਿਸਕਸ ਕਰਾਂਗੇ ਵੀ ਅਬਾਊਟ ਕੰਪਾਊਂਡ ਪੈਂਡੂਲਮ ਵੀ ਕੰਪਾਊਂਡ ਪੈਂਡੂਲਮ ਕੀ ਹੁੰਦਾ। ਕੰਪਾਊਂਡ ਪੈਂਡੂਲਮ ਉਸ ਰਿਜਿਡ ਬੋਡੀ ਨੂੰ ਕਹਿ ਸਕਦੇ ਹਾਂ ਜਿਹੜੀ ਚ ਕੈਪੇਬਿਲਿਟੀ ਹੋਵੇ ਕੀ ਕਰਨ ਦੀ, ਔਸੀਲੇਟ ਕਰਨ ਦੀ। ਕਿਹੜੇ ਪਲੇਨ ਚ, ਵਰਟੀਕਲ ਪਲੇਨ ਚ ਤੇ ਅਬਾਊਟ ਹੌਰੀਜ਼ੌਂਟਲ ਐਕਸਿਸ। ਹੁਣ ਅਸੀਂ ਕੀ ਬੋਲਾਂਗੇ, ਕੰਪਾਊਂਡ ਪੈਂਡੂਲਮ। ਹੁਣ ਇਹ ਕੰਪਾਊਂਡ ਪੈਂਡੂਲਮ ਹੁੰਦਾ ਕਿਸ ਤਰ੍ਹਾਂ ਹੈ, ਇਹ ਤੁਹਾਨੂੰ 2 ਜਾਂ 3 ਸ਼ੇਪਾਂ ਦੇ ਵਿੱਚ ਮਿਲਦਾ ਹੈਗਾ। ਫਸਟ ਤੁਸੀਂ ਇਹਨੂੰ ਰੈਕਟੈਂਗੂਲਰ ਕੰਪਾਊਂਡ ਪੈਂਡੂਲਮ ਦੇਖਦੇ ਹੋ, ਉਹਦੇ 'ਚ ਇਹ ਸੈਂਟਰ ਆਫ ਗ੍ਰੈਵਿਟੀ ਹੁੰਦੀ ਹੈ, ਇਹ ਤੁਹਾਡੇ ਉਹਦੇ ਆਸੇ-ਪਾਸੇ ਪੁਆਇੰਟਸ ਹੁੰਦੇ ਆ, ਇੱਥੇ ਤੁਸੀਂ ਪੈਨ ਫਿਕਸ ਕਰਕੇ ਇਹਨੂੰ ਐਜਸ ਤੇ ਰੱਖ ਕੇ ਔਸੀਲੇਟ ਕਰਾਉਣਾ ਹੁੰਦਾ ਹੈ। ਨੈਕਸਟ ਇਹ ਰੈਕਟੈਂਗੂਲਰ ਸ਼ੇਪ 'ਚ ਮਿਲਦਾ ਸਾਨੂੰ, ਇੱਕ ਤੁਹਾਨੂੰ ਹਾਫ ਸਰਕੂਲਰ ਜਾਂ ਫੁੱਲ ਸਰਕਲ ਦੇ ਵਿੱਚ, ਉੱਥੇ ਵੀ ਦੀ ਸੈਂਟਰ ਆਫ ਗ੍ਰੈਵਿਟੀ ਜਿਹੜੀ ਉਹ ਸੀ ਹੁੰਦੀ ਹੈ ਤੇ ਤੁਹਾਡੇ ਪੁਆਇੰਟ ਹੁੰਦੇ ਜੀ ਤੇ ਜੀ ਡੈਸ਼। ਉਸ ਤਰ੍ਹਾਂ ਹੀ ਹੈ ਤੁਹਾਡੇ ਕੋਲ। ਇਹ ਮੰਨ ਕੇ ਚੱਲੋ ਤੁਹਾਡੀ ਪੂਰੇ ਕੰਪਾਊਂਡ ਪੈਂਡੂਲਮ ਯੂਜ਼ ਕਰ ਰਹੇ ਹਾਂ ਅਸੀਂ ਐਸ ਏ ਜੀ। ਇਹਦੀ ਸ਼ੇਪ ਹੈ ਜਿਹੜੀ ਉਹ ਕੋਈ ਵੀ ਹੋ ਸਕਦੀ ਹੈ, ਆਪਾਂ ਨੂੰ ਪਤਾ ਨਹੀਂ ਹੈਗੀ, ਇਸ ਕਰਕੇ ਆਪਾਂ ਵੀ ਇਹ ਮੰਨ ਕੇ ਚਲੋ ਵੀ ਰਿਜਿਡ ਬੋਡੀ ਹੋ ਸਕਦੀ। ਤੁਸੀਂ ਇਹਨੂੰ ਕੀ ਕਰਵਾ ਰਹੇ ਹੋਗੇ, ਔਸੀਲੇਟ ਵਰਟੀਕਲ ਪਲੇਨ ਦੇ ਵਿੱਚ, ਤਾਂ ਇਹ ਸਾਰਾ ਤੁਹਾਡਾ ਸ਼ਿਫਟ ਹੋ ਕੇ ਇਹ ਇਸ ਤਰ੍ਹਾਂ ਔਸੀਲੇਟ ਕਰ ਰਿਹਾ। ਹੁਣ ਜਿਹੜਾ ਸਾਡਾ ਕੰਪਾਊਂਡ ਪੈਂਡੂਲਮ ਹੈ, ਇਹ ਐਂਗਲ ਕਿੰਨਾ, ਇਹ ਲੈਂਥ ਉਹਦੀ ਜਿਹੜੇ ਅਸੀਂ ਉਹਨੂੰ ਸਾਈਡ ਤੇ ਲੈ ਕੇ ਜਾ ਰਹੇ ਐਲ ਏ ਪੁਆਇੰਟ ਤੋਂ ਲੈ ਕੇ ਜਿਹੜਾ ਜੀ ਤੱਕ ਉਹ ਔਸੀਲੇਟ ਕਰੂਗਾ, ਤਾਂ ਉਹ ਤੁਹਾਡੇ ਕੋਲ ਲੈਂਥ ਕਿੰਨੀ ਉਹਦੀ, ਜਿਹੜਾ ਥਰੈਡਿਕਲ ਇੱਕ ਟਾਈਪ ਦਾ ਆਪਾਂ ਜਿਹੜਾ ਸਿੰਪਲ ਹਾਰਮੋਨਿਕ ਮੋਸ਼ਨ ਚ ਪਾਉ ਦਾ ਕਰਦੇ ਹਾਂ, ਇਹ ਤੁਹਾਡੀ ਇਹਦੀ ਲੰਬਾਈ ਜਿਹੜੀ ਉਹ ਐਲ ਹੈ। ਇਹ ਐਂਗਲ ਕਿੰਨਾ ਬਣਾ ਰਹੇ ਵਿਦ ਮੇਨ ਪੋਜੀਸ਼ਨ ਥੀਟਾ, ਜਦੋਂ ਅਸੀਂ ਇਹਨੂੰ ਔਸੀਲੇਟ ਕਰਾਂਗੇ। ਤਾਂ ਹੁਣ ਤੁਸੀਂ ਇਹ ਦੇਖੋ ਵੀ ਇਹ ਐਂਗਲ 90 ਹੋ ਗਿਆ, ਇਹ ਥੀਟਾ ਹੋ ਗਿਆ, ਤਾਂ ਆ ਸਾਡਾ ਪਰਪੈਂਡੀਕੂਲਰ ਡਿਸਟੈਂਸ ਆ ਗਿਆ ਏ ਜੀ। ਤਾਂ ਇਹ ਕਿੰਨੇ ਕਾਜ ਕਬ ਰਹੂ ਪਰਪੈਂਡੀਕੂਲਰ ਸਾइन थीटा ਚ, ਤਾਂ साइन थीटा ਕੀ ਹੋਊਗਾ ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਕੀ ਸਾਡਾ ਏ ਜੀ ਹਾਈਪੋਟਨਿਊਜ਼, ਸੌਰੀ ਪਰਪੈਂਡੀਕੂਲਰ ਅਪੋਨ ਹਾਈਪੋਟਨਿਊਜ਼, ਤਾਂ ਏ ਜੀ ਅਪੋਨ ਐਲ ਆ ਜੀ। ਤਾਂ ਤੁਹਾਡਾ ਡਿਸਟੈਂਸ ਕਿੰਨਾ ਬਣ ਚੁੱਕਿਆ ਏ ਤੇ ਜੀ ਐਲ ਸਾइन थीटा। ਜਿਹੜਾ ਵੇਟ ਹੋਊਗਾ ਪੈਂਡੂਲਮ ਦਾ ਵਰਟੀਕਲੀ ਹਮੇਸ਼ਾ ਕੀ ਕਰਦਾ ਹੁੰਦਾ, ਡਾਊਨਵਰਡ ਡਾਇਰੈਕਟ, ਓਕੇ ਚਲੋ ਐਮ ਜੀ। ਇਹ ਤੁਹਾਡੇ ਪੁਆਇੰਟ ਹੈ, ਐਸ ਤੁਹਾਡਾ ਸੈਂਟਰ ਹੈ ਜਿੱਥੋਂ ਦੀ ਸਸਪੈਂਸ਼ਨ ਕਰ ਰਹੇ ਹੋ ਤੁਸੀਂ, ਇਹ ਵਾਲਾ, ਤੇ ਜੀ ਇਹ ਤੁਹਾਡਾ ਸੈਂਟਰ ਆਫ ਗ੍ਰੈਵਿਟੀ ਹੈ ਵੀ ਜਿਹੜੀ ਆਪਾਂ ਕਹਿ ਸਕਦੇ ਵਰਟੀਕਲੀ ਬਿਲੋ ਦਾ ਡਿਸਟੈਂਸ, ਜਿਹੜਾ ਐਸ ਤੋਂ ਲੈ ਕੇ ਜਿਹੜਾ ਵਰਟੀਕਲ ਹੀਟ ਹੁੰਦਾ ਆਪਣੇ ਕੋਲ ਕੀ ਹੈ, ਇਹਦਾ ਡਿਸਟੈਂਸ। ਹੁਣ ਐਲ ਕੀ ਵੀ ਉਹ ਪੋਜੀਸ਼ਨ ਹੈ ਉਹਦੀ ਜਦੋਂ ਕੀ ਹੈਗਾ ਰੈਸਟ ਪੋਜੀਸ਼ਨ ਵਿੱਚ ਸੀਗਾ ਐਸ ਤੋਂ ਲੈ ਕੇ। ਹੁਣ ਆਪਾਂ ਸਟਾਰਟ ਕਰਦੇ ਹਾਂ ਵੀ ਇਹਦੀ ਜਿਹੜੀ ਡੈਰੀਵੇਸ਼ਨ। ਤੁਹਾਨੂੰ ਪਤਾ ਵੀ ਜਦੋਂ ਇੱਕ ਪੈਂਡੂਲਮ ਨੂੰ ਅਸੀਂ ਮੂਵ ਕਰਾਂਗੇ ਅਬਾਊਟ ਐਕਸ ਐਕਸਿਸ, ਤਾਂ ਉੱਥੇ ਸਾਡੇ ਕੋਲ ਕੀ ਹੋਊਗਾ, ਇੱਕ ਕਪਲ ਕਰਵ ਨੂੰ ਨਾ, ਇਸ ਤਰ੍ਹਾਂ ਕਰਵ ਨੂੰ ਤਾਂ ਜਾਨੀ ਕਿ ਇਹਨੂੰ ਅਸੀਂ ਕਪਲ ਕਹਿ ਸਕਦੇ, ਜਾਂ ਅਸੀਂ ਕੀ ਬਣਾ ਸਕਦੇ ਇੱਥੇ ਟਾਰਕ। ਤਾਂ ਉਹ ਟਾਰਕ ਕਿਹੜਾ, ਟਾਰਕ ਤੁਹਾਡਾ ਕਿੰਨਾ ਹੋਊਗਾ, ਮੂਵਮੈਂਟ ਆਫ ਕਪਲ ਜਿਹੜਾ ਪੇਅਰ ਆਫ ਫੋਰਸਿਸ ਲੱਗਣੀਆਂ ਲੈਫਟ ਸਾਈਡ ਵੱਲ ਤੇ ਰਾਈਟ ਸਾਈਡ ਵੱਲ, ਟਾਰਕ ਤੁਹਾਡੇ ਕੋਲ ਆ ਜਾਊਗਾ ਮੈਂਸ ਐਮ ਜੀ ਤੇ ਇਨਟੂ ਪਰਪੈਂਡੀਕੂਲਰ ਡਿਸਟੈਂਸ। ਯਾਨੀ ਕਿ ਤੁਹਾਡੇ ਕੋਲ ਲਾਸਟ ਤੁਸੀਂ ਸਟੱਡੀ ਕੀਤਾ ਹੋਇਆ ਥੋੜਾ ਬਹੁਤਾ ਪਾਰਟ ਨਾਲ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਲਾਉਂਗੇ ਆਪਾਂ ਜੀ, ਐਲ ਸਾइन थीटा। ਇਹ ਮੂਵਮੈਂਟ ਆਫ ਕਪਲ ਹੈ ਜੀ। ਹੁਣ ਇਹ ਮੈਂਸ ਦਾ ਕਿਉਂ ਲੈਤਾ, ਦੇਖੋ ਤੁਸੀਂ ਇਹਨੂੰ ਇਸ ਡਾਇਰੈਕਸ਼ਨ 'ਚ ਲੈ ਕੇ ਜਾ ਰਹੇ ਹੋ, ਇਹ ਐਂਟੀ ਚੱਲ ਰਿਹਾ ਨਾ, ਐਂਟੀ ਕਲੌਕਵਾਈਜ਼, ਤਾਂ ਕਰਕੇ ਇਹਦਾ ਸਾਈਨ ਆਪਾਂ ਲੈ ਰਹੇ ਨੈਗੇਟਿਵ। ਹੁਣ ਤੁਸੀਂ ਸਟੱਡੀ ਕੀਤਾ ਹੋਇਆ ਇਹ 'ਚ ਪਹਿਲਾਂ ਹੀ ਹੈ ਵੀ ਸਭ ਤੋਂ ਵੀ ਆਪਾਂ ਆਰਟੀਕਲ ਸਿੱਖਣਾ ਕੀ ਹੈਗਾ,
ਅਸੀਂ ਕੈਲਕੂਲੇਸ਼ਨ ਕਰਨੀ ਹੈ ਇੱਕ ਟਾਈਮ ਪੀਰੀਅਡ ਦੀ, ਕਿਹਦੇ ਲਈ? ਇੱਕ ਕੰਪਾਊਂਡ ਪੈਂਡੂਲਮ। ਤਾਂ ਟਾਈਮ ਪੀਰੀਅਡ ਵਾਸਤੇ ਸਾਨੂੰ ਕੀ ਕਰਨਾ ਪਊ? ਉਹਦਾ ਡਿਸਟੈਂਸ ਤੇ ਇੱਕ ਸਾਨੂੰ ਕੀ ਲੱਭਣਾ ਪੈਣਾ? ਉਹਦਾ ਐਕਸਲਰੇਸ਼ਨ। ਦੋ ਚੀਜ਼ਾਂ ਮੇਨ ਸਾਨੂੰ ਲੋੜ ਹੈ। ਅਸੀਂ ਕੱਢਣਾ ਹੈਗਾ ਟਾਈਮ ਪੀਰੀਅਡ। ਟਾਈਮ ਪੀਰੀਅਡ ਵਿੱਚ ਲੋੜ ਪੈਣ ਜਿਹੜੀ ਸਾਨੂੰ ਮੇਨ ਦੋ ਚੀਜ਼ਾਂ ਦੀ 1/2π ਤੇ ਨਾਲ ਇਹਦੀ ਕੀ ਹੁੰਦਾ ਵੀ ਜਿੰਨਾ ਉਹਨੇ डिस्टेंस कवर किया ते अपॉन ਉਹਦੀ एक्सीलरेशन। ਇਹ ਹੁੰਦੀ ਹੈ ਸਾਡੇ ਦੋ ਚੀਜ਼ਾਂ ਮੇਨ ਹੈ। ਹੁਣ ਅਸੀਂ ਇੱਕ डिस्टेंस ਕੱਢਾਂਗੇ ਉਹਦਾ ਕਿੰਨਾ ਕਰ ਰਹੇ ਤੇ ਦੂਸਰਾ ਕੀ ਸਟੱਡੀ ਕਰਾਂਗੇ ਆਪਾਂ ਇਹਦਾ एक्सीलरेशन। ਇੱਕ ਇੱਥੇ 2π ਵੀ ਡਿਵਾਈਡ ਚ ਨਹੀਂ ਹੁੰਦਾ, ਮਲਟੀਪਲਾਈ ਚ ਹੋਊਗਾ। ਇਹ ਫਾਈਂਡ ਕਰਨ ਲਈ ਤੁਹਾਡੇ ਕੋਲ ਤੁਸੀਂ ਟਾਰਕ ਪੜਿਆ ਸੀ ਮੂਵਮੈਂਟ ਆਫ ਇਨਰਸ਼ੀਆ ਦੇ ਅਕੋਰਡਿੰਗ +1 ਚ ਕੀ ਸੀ ਉਹ I ਅਲਫਾ। I ਕੀ ਸੀ? ਮੂਵਮੈਂਟ ਆਫ ਇਨਰਸ਼ੀਆ ਤੇ ਅਲਫਾ ਕੀ ਸੀ? ਐਂਗੂਲਰ ਐਕਸਲਰੇਸ਼ਨ। ਹੁਣ ਜਿਹੜਾ ਅਲਫਾ ਹੁੰਦਾ ਹੈ, ਅਲਫਾ ਅਸੀਂ ਲੈਣਾ ਹੈਗਾ ਐਂਗੂਲਰ ਫਾਰਮ ਚ। ਐਂਗੂਲਰ ਫਾਰਮ ਦੇ ਵਿੱਚ ਕੀ ਹੁੰਦਾ ਹੈਗਾ? ਜਿਹੜਾ ਐਂਗੂਲਰ ਡਿਸਪਲੇਸਮੈਂਟ ਥੀਟਾ ਹੁੰਦਾ ਹੈ, ਐਂਗੂਲਰ ਡਿਸਪਲੇਸਮੈਂਟ ਹੈ। ਜੇ ਤੁਸੀਂ ਇੱਥੋਂ ਇਹਦਾ ਡੈਰੀਵੇਟਿਵ ਕਰ ਦਾਂਗੇ ਫਸਟ with respect to t ਤੇ angular velocity ਬਣ ਜੂ omega। ਸੈਕੰਡ ਟਾਈਮ ਇਹਨੂੰ rate of change of ਕਰਾਂਗੇ ਤਾਂ ਕੀ ਹੋ ਜਾਏਗੀ? ਬਣ ਜੂ ਅਲਫਾ, ਯਾਨੀ ਕਿ angular acceleration। ਅਸੀਂ ਇਹਦੀ ਅਲਫਾ ਦੀ ਪਲੇਸ ਤੇ ਕੀ ਭਰ ਸਕਦੇ ਹਾਂ? ਇੱਥੇ ਟਾਰਕ I ਅਲਫਾ ਦੀ ਪਲੇਸ ਤੇ ਆਊਗਾ d² ਥੀਟਾ ਓਵਰ dt ਸਕੁਅਰ। ਹੁਣ ਇਸ ਤੋਂ ਬਾਅਦ ਇਹ ਵੀ ਸਾਡੇ ਕੋਲ ਟਾਰਕ ਹੈ ਮੂਵਮੈਂਟ ਆਫ ਇਨਰਸ਼ੀਆ ਦੇ ਅਕੋਰਡਿੰਗ। ਇਹ ਅਸੀਂ ਜਿਹੜਾ ਉੱਪਰ ਵਾਲਾ ਟਾਰਕ ਲੈਤਾ ਹੈ ਇਹ ਕਪਲ ਦੇ ਅਕੋਰਡਿੰਗ, ਮੀਨਸ ਅਸੀਂ ਜਦੋਂ ਉਹਨੂੰ ਆਸੀਲੇਟ ਕਰਵਾ ਰਹੇ ਹਾਂ ਇੱਕ ਵਰਟੀਕਲ ਪਲੇਨ ਦੇ ਵਿੱਚ, ਤਾਂ ਉਹਦੇ ਅਕੋਰਡਿੰਗ ਤੁਹਾਡਾ ਇਹ ਟਾਰਕ ਵੇਟ ਤੁਹਾਡਾ ਜਿਹੜਾ ਉੱਥੇ ਫੋਰਸ ਲੱਗ ਰਹੀ ਹੈ ਨਾ, ਇਹ ਫੋਰਸ ਆ ਗਈ ਇਨਟੂ ਪਰਪੈਂਡੀਕੂਲਰ ਇਹ ਡਿਸਟੈਂਸ ਆ। ਤਾਂ ਫੋਰਸ ਤੁਹਾਨੂੰ ਪਤਾ ਹੁੰਦਾ ਹੈ ਕਿ ਇਹਦੀ ਇਕੁਅਲ ਟੂ m a। तो यहाँ पे अपने को ग्रेविटी सेंटर किया गया g, करके इसमें लेता है mg। ये परपेंडिकुलर डिस्टेंस से तो कर ले सी l sin थीटा। ਹੁਣ ਇਹਨੂੰ ਅਸੀਂ ਇਕੁਏਸ਼ਨ ਨੰਬਰ ਮੈਂਸ਼ਨ ਕਰ ਦਿੰਦੇ ਹਾਂ a1 a2। ਇਹ ਬੋਥ ਆਰ ਟਾਰਕ। ਟਾਰਕ ਨੇ ਤਾਂ ਪਹਿਲਾਂ ਕੀ ਰੱਖ ਸਕਦੇ ਇੱਕ ਤੇ ਦੋ ਨੂੰ ਆਪਸ ਵਿੱਚ ਬਰਾਬਰ ਰੱਖਾਂਗੇ ਤਾਂ ਸਾਡੇ ਕੋਲ ਕੀ ਆ ਜਾਣਾ ਹੈਗਾ d² ਥੀਟਾ dt² ਇਹਦੇ ਨਾਲ ਕੀ ਹੈਗਾ I ਇਕੁਅਲ mg l sin ਥੀਟਾ। ਜਿਹੜਾ I ਹੈ ਉਹ ਕੀ ਚਲਾ ਜਾਊਗਾ ਇਹਦੇ ਡਿਵਾਈਡ ਚ, ਇਹ ਬਣ ਜਾਊਗਾ d² ਥੀਟਾ dt ਇਕੁਅਲ l mgl sin थीटा अपॉन I। ਹੁਣ ਇੱਥੋਂ ਅਸੀਂ ਇੱਕ ਚੀਜ਼ ਨੋਟ ਕਰ ਲਈ ਵੀ ਸਾਡੀ ਐਕਸਲਰੇਸ਼ਨ ਹੈ ਜਿਹੜੀ ਉਹ ਸਿਰਫ ਕਿਹਦੇ ਉੱਪਰ ਡਿਪੈਂਡ ਕਰੂਗੀ? ਥੀਟਾ ਤੇ, ਕਿਉਂਕਿ ਥੀਟਾ ਜਿੰਨਾ ਤੁਸੀਂ ਜ਼ਿਆਦਾ ਕਰੋਗੇ ਉਨੀ ਐਕਸਲਰੇਸ਼ਨ ਕੀ ਕਰੂਗਾ? ਇਹ ਜ਼ਿਆਦਾ ਕਰੋ। ਜ਼ਿਆਦਾ ਇਹਨੂੰ ਪੈਂਡੂਲਮ ਤੁਸੀਂ ਇੱਧਰ ਐਕਸਟ੍ਰੀਮ ਪੋਜੀਸ਼ਨ ਵੱਲ ਲੈ ਕੇ ਜਾਓਗੇ ਉਨੀ ਜ਼ਿਆਦਾ ਕੀ ਕਰੂਗਾ? ਇਹ ਐਕਸਲਰੇਟ ਕਰੂਗਾ। ਇਹਦਾ ਮਤਲਬ ਸਾਡੇ ਕੋਲ ਜਿਹੜੀ ਸਾਡੀ ਐਕਸਲਰੇਸ਼ਨ ਹੈ ਕਿਹਦੇ ਕੋਲ ਆ ਚੁੱਕੀ? डायरेक्टली प्रोपोर्शनली बन जू एंगुलर डिसप्लेसमेंट ਜਿਹੜਾ ਥੀਟਾ ਜਿੰਨਾ ਉਹ ਕਵਰ ਕਰੂਗਾ ਐਂਗਲ ਦੀ ਫਾਰਮ ਚ। ਹੁਣ ਆਪਾਂ ਟਾਈਮ ਪੀਰੀਅਡ ਕੀ ਕਰਕੇ ਆਏ ਪਿੱਛੇ? टू पाई रूट ਦੇ ਵਿੱਚ ਇੱਥੇ ਆਪਾਂ ਉਹਦਾ ਕਿੰਨਾ ਉਹਨੇ ਡਿਸਟੈਂਸ ਕਵਰ ਕੀਤਾ, ਨੀਚੇ ਉਹਦਾ ਐਕਸਲਰੇਸ਼ਨ ਹੁੰਦਾ ਨਾ, ਤਾਂ ਅਸੀਂ ਕੀ ਕਰਾਂਗੇ ਇੱਥੇ ਮੁੱਲ ਭਰਾਂਗੇ डिसप्लेस कितना हो रहा है इतों थीटा, नीचे एक्सलरेशन मैं तुहानू कहा सी ना भी डबल डेरिवेटिव कर दो तुहाडी एक्सलरेशन ही होंदी है। तो ये किहदे कोल आ रही है? एम जी
L इत्थे मुल भरते ਇਹਦਾ ਆਪਾਂ मेंस mg ਇੱਥੇ ਅਸੀਂ ਵੀ ਨੈਗੇਟਿਵ ਸਾਈਨ ਇਹਦਾ ਇਗਨੋਰ ਕਰ ਸਕਦੇ ਹਾਂ ਕਿਉਂਕਿ ਐਕਸਲਰੇਸ਼ਨ ਰੂਪ ਦੇ ਵਿੱਚ ਅਸੀਂ ਲਵਾਂਗੇ ਤਾਂ ਕੰਪਲੈਕਸ ਨੰਬਰ ਦੀ ਫਾਰਮ ਚ ਆ ਸਕਦੀ ਹੈ ਨੈਗੇਟਿਵ ਸਾਈਨ ਸਿਰਫ ਇਹ ਇੰਡੀਕੇਸ਼ਨ ਦਿੰਦਾ ਸੀ ਵੀ ਇਹਦੀ ਡਾਇਰੈਕਸ਼ਨ ਜਿਹੜੀ ਕਲੌਕ ਹੈ ਕਿ ਐਂਟੀ ਕਲੌਕ ਪੂਰੇ ਦਾ ਕੋਈ ਮੀਨਿੰਗ ਨਹੀਂ ਹੈਗਾ mgl sin थीटा ओवर नाल की है ना ये आई नहीं आई कितने चला जाऊगा ऊपर ये बन जाएगा 2 पाई रूट थीटा आई ओवर एम जी एल sin थीटा गुरप्रीत नैगेटिव साइन का बस क्लॉक ते एंटी क्लॉक दी रहूगा ठीक है हुण भी इत्थे तुसीं ये देखो जी तुहाडा एंगल बहुत ज़्यादा स्मॉल होवे तां तुसीं की कर सकदे हो उत्थे sin थीटा नूं अप्रोक्सीमेटली भी लिख सकदे ठीक है तां ये sin थीटा ते थीटा कैंसल होके तुहाडे कोल रिमेनिंग पोर्शन तुहाडा की रह जाऊगा इत्थे सिंपल थीटा कैंसल हो जू आई अपॉन एम जी एल ये तुहाडे कोल की आ गया टाइम पीरियड आ गया हुण जे तुसीं देखो भी एक रिजिड बॉडी है रिजिड बॉडी है वो ये ਉਹਦੀ परपेंडिकुलर एक्सिस है जी एस तो लैके जी तक इत्थे ਅਸੀਂ ਕੀ ਕਰ ਸਕਦੇ ਹਾਂ ਇਹਨੂੰ ਅਸੀਂ ਕੀ ਕਰ ਰਹੇ ਹਾਂ ऑसिलेट करवा रहे हैं ऑसिलेशन ਦੇ ਲਈ ਇੱਥੇ ਅਸੀਂ मोमेंट ऑफ इनर्शिया ਜਿਹੜਾ आई ਇਹ ਵਾਲਾ ਇਹਦੀ प्लेस ਤੇ ਅਸੀਂ ਕੀ ਕਰਾਂਗੇ ਇੱਥੇ ਅਪਲਾਈ ਕੀ ਕਰਾਂਗੇ थ्योरम ऑफ पैरेलल एक्सिस थ्योरम ऑफ पैरेलल एक्सिस ਦੇ ਅਕੋਰਡਿੰਗ ਤੁਹਾਡੇ ਕੋਲ ਕਿੰਨਾ ਹੋਊਗਾ मोमेंट ऑफ इनर्शिया आई जी ये थोड़ा मोमेंट ऑफ इनर्शिया बॉडी ते अबाउट एक्स एक्सिस पैरेलल टू ਜਿਹੜਾ ਅਸੀਂ ਉਹਦੇ ਵਿੱਚੋਂ ਪਾਸ ਕਰ ਰਹੇ ਜੀ ਦੇ ਵਿੱਚ ਇਹ ਤੁਹਾਡੀ एक्सिस आ गई ਜਿਹਦੇ ਅਬਾਊਟ ਉਹ ਰੋਟੇਟ ਕਰ ਰਹੇ ਨਾਲ ਪਲੱਸ ml ਸਕੁਅਰ ਇਹ ਤੁਸੀਂ ਯਾਦ ਕਰੋ ਵੀ ਇਹ ਤੁਸੀਂ ਇਹ ਸਿੱਖਿਆ ਹੋਇਆ ਸੀਗਾ +1 ਦੇ ਵਿੱਚ ਥਿਓਰਮ ਆਫ ਪੈਰਲਲ ਐਕਸਿਸ ਇੱਥੇ ਅਸੀਂ ਮੂਵਮੈਂਟ ਆਫ ਇਨਰਸ਼ੀਆ ਟੋਟਲ ਫਾਈਂਡ ਕਰਨਾ ਹੈ ਤਾਂ ਜਿਹੜੀ ਐਕਸਿਸ ਦੇ ਅਬਾਊਟ ਉਹ ਕੀ ਕਰ ਰਹੇ ਆਸੋਲੇਟ ਕਰ ਰਹੇ ਆ ਉਹ ਵਾਲਾ m into l ਦਾ ਸਕੁਅਰ l ਕਿਸੇ ਉਹਦੀ ਲੈਂਥ ਜਾਂ ਆਪਣਾ ਡਿਸਟੈਂਸ ਤੁਹਾਡੇ ig ਜਿਹੜਾ ਇਹ ਕਿਹਦੇ ਕੋਲ ਹੁੰਦਾ ਵੀ m k ਸਕੁਅਰ k ਕੀ ਸੀ ਆਪਣੇ ਕੋਲ ਰੇਡੀਅਸ ਆਫ गाइरेशन ये थोड़ा जिहा +1 वाला पार्ट है जिहड़ा असीं इहदे विच सबस्टिट्यूट कर रहे तां तुहाडा आई कितना बन जू इत्थे m k स्क्वायर प्लस m l दा स्क्वायर हुण इहनूं सबस्टिट्यूट करो इस टाइम पीरियड दे विच जो टाइम पीरियड दे विच आपां इहनूं पुट करांगे ਤਾਂ ਤੁਹਾਡਾ ਆਨਸਰ ਕੀ ਬਣ ਜੂਗਾ ਇੱਥੇ 2 ਪਾਈ रूट ये बन जू ਤੁਹਾਡਾ m k स्क्वायर ये रेडियस ऑफ गायरेशन m l स्क्वायर अपॉन m g l ਜੇ ਧਿਆਨ ਨਾਲ ਦੇਖੋ m ਕਾਮਨ ਕਰਕੇ ਕਰ ਸਕਦੇ ਆਪਾਂ ਕੈਂਸਲ ਬਾਕੀ ਤੁਹਾਡਾ ਜਿਹੜਾ ਟਾਈਮ ਪੀਰੀਅਡ ਹੈ वो सॉल्व हो के जाऊगा 2 पाई k स्क्वायर प्लस l स्क्वायर अपॉन जी वो तुसीं इहनूं अगे सॉल्व करना है तां की कर सकते हो भी इचों l कॉमन कर लो और निचली l है जिहदे नाल कट हो जाए ये बन जूगा 2 पाई k अपॉन ये स्क्वायर है ये अपॉन एल स्क्वायर उदो नीचे एल स्क्वायर ये अपॉन भी की लग जू जो एल कॉमन कर लो एल कॉमन करोगे तो के स्क्वायर कौन एल आ जू या कह लो तुम उपर भी एल नाल डिवाइड कर दो नीचे भी एल नाल डिवाइड कर दो इतने के स्क्वायर बाय एल इतने एल नीचे सिर्फ की रह जाना अपने को जी
ये ਤੁਹਾਡੇ ਕੋਲ टाइम पीरियड सॉल्व हो गया किसी का एक कंपाउंड पेंडुलम का ये ਤੁਸੀਂ ਦੀ ऑसिलेशन ਜਿਹੜੀਆਂ ਉਹ ਕਰਵਾ दी ਜਦੋਂ ਇਹ ਜੋ टॉपिक दसो भी ਜਿਹੜੇ मैं रिपीट करा सुन